बीबीएमबी ਦੇ ਇੱਕ ਵਾਰ ਫਿਰ ਤੋਂ ਪੱਕੀ ਸਿਆਸਤ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਬੋਲੇ बीबीएमबी ਤੇ ਸਿਰਫ ਪੰਜਾਬ ਦਾ ਨਹੀਂ ਹੱਕ ਤਾਂ ਅਕਾਲੀ ਦਲ ਤੇ ਕਾਂਗਰਸ ਦਾ ਜਵਾਬ ਗੁੰਮਰਾਹ ਕਰ ਰਹੇ ਨੇ ਕੇਂਦਰ ਦੇ ਮੰਤਰੀ ਪੰਜਾਬ ਦਾ 60% ਹੱਕ ਅੱਜ ਵੀ ਬਰਕਰਾਰ सिद्धू मूसेवाला कतलकांड ਦੇ ਵਿੱਚ इस्तेमाल हथियार बरामद जवाहर के पिंड तो 10 किलोमीटर दूर ख्याला पिंड ਦੇ ਵਿੱਚ ਲੁਕੋਏ ਗਏ ਸਨ ਹਥਿਆਰ ਵਾਰਦਾਤ ਤੋਂ ਬਾਅਦ ਕਾਫੀ ਦੇਰ ਤੱਕ ਇਸੇ ਪਿੰਡ ਦੇ ਵਿੱਚ ਰੁਕੇ ਰਹੇ ਸੀ ਸ਼ੂਟਰ हरियाणा के मुख्यमंत्री मनोहर लाल ਨੂੰ ਮੁੜ ਮਿਲੇਗਾ सोनाली फोगाट ਦਾ परिवार सोनाली ਦੀ मौत मामले की सीबीआई जांच ਦੀ ਕਰੇਗਾ ਮੰਗ परिवार ਵੱਡੀ ਸਾਜ਼ਿਸ਼ ਦਾ ਜਤਾ ਰਿਹਾ ਹੈ ਸ਼ੱਕ ਅੰਮ੍ਰਿਤਸਰ ਚ ਪੁਲਿਸ ਦੀ ਰੇਡ ਦੌਰਾਨ ਹਾਈ ਵੋਲਟੇਜ ਡਰਾਮਾ ਪੁਲਿਸ ਨੂੰ ਦੇਖ ਕੇ ਨੌਜਵਾਨ ਨੇ ਕੋਠੇ ਤੋਂ ਮਾਰੀ ਛਾਲ ਨੌਜਵਾਨ ਦਾ ਟੁੱਟਿਆ ਪੈਰ ਕਿਸੇ ਪਿਸਤੌਲ ਬਾਰੇ ਪੁੱਛ ਰਹੀ ਸੀ ਪੁਲਿਸ ਹੁਣ ਘਰ ਬੈਠੀ ਮੁਹੱਈਆ ਹੋਣਗੇ ਸਰਟੀਫਿਕੇਟ ਕੈਬਨਿਟ ਮੰਤਰੀ ਮੀਤ ਹੇਅਰ ਦਾ ਬਿਆਨ ਕਿਹਾ ਬਰਥ ਡੈਥ ਤੇ ਵਿਆਹ ਵਗੈਰਾ ਦੇ ਦਸਤਾਵੇਜ਼ ਸਿੱਧਾ ਘਰ ਹੀ ਹੋਣਗੇ ਡਿਲੀਵਰ ਸੇਵਾ ਕੇਂਦਰਾਂ ਦੇ ਵਿੱਚ ਨਹੀਂ ਹੋਣਾ ਪਵੇਗਾ ਖੱਜਲ सत श्री अकाल न्यूज़ 18 पंजाब हरियाणा हिमाचल देख रहे हो तुसी गौरव शुक्ला मैं हां तुहाडे नाल हाज़र हां फर्क तां पैंदा है लैके फर्क तां पैंदा दी शुरुआत अज करन जा रहे हां सब तो पहला गल सिद्धू मूसेवाला दी सिद्धू मूसेवाला दे कतल मामले दे विच नवे खुलासे हो रहे ने ते इस सब दे विचाले बरामदगी हुई है हथियार दी पिस्टल दी जिस दे नाल मूसेवाला दा कतल किया गया पंजाबी सिंगर सिद्धू मूसेवाला दे कतल दे विच दिल्ली पुलिस दे स्पैशल सैल ने एक बड़ा खुलासा किया पुलिस जांच ਦੇ ਵਿੱਚ ਖੁਲਾਸਾ ਹੋਇਆ ਕਿ ਮੂਸੇਵਾਲਾ ਦੇ 4 ਕਾਤਲ ਵਾਰਦਾਤ ਵਾਲੀ ਥਾਂ ਤੋਂ 10 ਕਿਲੋਮੀਟਰ ਦੂਰ 1 ਘੰਟੇ ਤੱਕ ਖੇਤ ਦੇ ਵਿੱਚ ਲੁਕੇ ਰਹੇ ਜੇਕਰ ਪੁਲਿਸ ਫੌਰਨ ਐਕਸ਼ਨ ਲੈਂਦੀ ਤਾਂ ਕਾਤਲ ਉਸ ਦਿਨ ਹੀ ਫੜੇ ਜਾਂਦੇ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਪ੍ਰਿਯਵਰਤ ਫੌਜੀ ਅੰਕਿਤ ਸੇਰਸਾ ਕਸ਼ਿਸ਼ ਅਤੇ ਦੀਪਕ ਮੁੰਡੀ ਬੁਲੈਰੋ ਗੱਡੀ ਰੋਡ ਦੇ ਉੱਤੇ ਹੀ ਛੱਡ ਕੇ ਹਰਿਆਣਾ ਦੇ ਪਾਸੇ ਭੱਜੇ ਸਨ ਪਰ ਸਾਹਮਣੇ ਤੋਂ ਆ ਰਹੀ ਪੀਸੀਆਰ ਵੈਨ ਨੂੰ ਦੇਖ ਕੇ ਉਹ ਖਿਆਲਾ ਪਿੰਡ ਦੇ ਵਾਲੇ ਪਾਸੇ ਮੁੜ ਗਏ ਸੀ ਅਤੇ ਉੱਥੇ ਕਾਫੀ ਦੇਰ ਤੱਕ ਲੁਕੇ ਰਹੇ खुलासा होया ते पुलिस ने बाद च रिकवर भी की है बहुत बड़े खुलासे कह सकते हैं कि काफ़ी देर उत्थे वो लुके रहे प्रेरित फौजी कशिश दीपक मुंडी ते जगरूप रूपा ते मनु ये दूजे बरनाला साइड आल्टो गड्डी स्नैच करके भजे सीगे ये भी जिहड़ी जानकारी हुण मिली है हालांकि इन्होंने बाद च बॉर्डर क्रॉस किए ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਾਰੀ ਪੁਲਿਸ ਮੂਸਾ ਪਿੰਡ ਅਤੇ ਹਸਪਤਾਲ ਦੇ ਵਿੱਚ ਹੀ ਲੱਗੀ ਰਹੀ ਬਾਰਡਰ ਸੀਲ ਨਹੀਂ ਕੀਤੇ ਗਏ ਨਾ ਹੀ ਠੀਕ ਤਰ੍ਹਾਂ ਨਾਲ ਗੱਡੀਆਂ ਦੀ ਚੈਕਿੰਗ ਹੋਈ ਜੇਕਰ ਉਸੇ ਸਮੇਂ ਇਹ ਸਭ ਕੁਝ ਕੀਤਾ ਜਾਂਦਾ ਤਾਂ ਮੁਲਜ਼ਮ ਉਸ ਦਿਨ ਹੀ ਗ੍ਰਿਫਤ ਦੇ ਵਿੱਚ ਹੁੰਦੇ ਸਾਫ਼ ਤੌਰ ਤੇ ਮੂਸੇਵਾਲਾ ਕਤਲकांड ਦੇ ਵਿੱਚ ਸਿਕਿਉਰਿਟੀ ਕੁਤਾਹੀ ਤੋਂ ਇਲਾਵਾ ਵੀ ਪੰਜਾਬ ਪੁਲਿਸ ਦੀ ਉਸ ਸਮੇਂ ਵਰਤੀਆਂ ਗਈਆਂ ਕਈ ਲਾਪਰਵਾਹੀਆਂ ਸਾਹਮਣੇ ਆਈਆਂ ਨੇ ਤਾਂ ਕਈ ਘੰਟਿਆਂ ਤੱਕ ਉੱਥੇ ਰੁਕੇ ਗਏ ਰਹੇ ਔਰ ਸਿਰਫ ਵਾਰਦਾਤ ਤੋਂ ਕਰੀਬ 10 ਕਿਲੋਮੀਟਰ ਹੀ ਦੂਰ ਸੀ ਉਧਰ ਦਿੱਲੀ ਪੁਲਿਸ ਦੀ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਮਾਨਸਾ ਦੇ ਖਿਆਲਾ ਪਿੰਡ ਦੇ ਵਿੱਚ ਕਾਤਲਾਂ ਨੇ ਹਥਿਆਰ ਲੁਕੋਏ ਹੋਏ ਸਨ ਖਿਆਲਾ ਪਿੰਡ ਦੇ ਵਿੱਚ ਇੱਕ ਅੰਡਰ ਕੰਸਟਰਕਸ਼ਨ ਮਕਾਨ ਦੇ ਨੇੜੇ ਖੱਡਾ ਪੁੱਟ ਕੇ ਪੋਲੀਥੀਨ ਦੇ ਵਿੱਚ 9 mm ਦੀ ਪਿਸਟਲ ਅਤੇ 6 ਕਾਰਤੂਸ ਲੁਕਾਏ ਗਏ ਇਸੇ ਬੁਲੈਰੋ ਮੋਡਿਊਲ ਦੇ ਹੈੱਡ ਸ਼ੂਟਰ ਪ੍ਰਿਯਵਰਤ ਫੌਜੀ ਨੇ ਇਸ ਨੂੰ ਦੱਬਿਆ ਸੀ इसी पिस्टल ਦੇ ਨਾਲ ਉਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਸ ਪਿਸਟਲ ਨੂੰ ਰਿਕਵਰ ਕਰ ਲਿਆ ਗਿਆ ਹੈ ਇਸ ਪਿਸਟਲ ਦਾ ਜ਼ਿਕਰ ਬਕਾਇਦਾ ਪੰਜਾਬ ਪੁਲਿਸ ਨੇ ਆਪਣੀ ਚਾਰਜ ਸ਼ੀਟ ਦੇ ਵਿੱਚ ਵੀ ਕੀਤਾ ਹੈ ਖਿਆਲਾ ਕਲਾ ਜਿਹੜਾ ਪਿੰਡ ਹੈ ਕਰੀਬ ਜਵਾਰਕਾ ਤੋਂ 10 ਕਿਲੋਮੀਟਰ ਇੱਕ ਪਿੰਡ ਹੈ ਉੱਥੇ ਜਾ ਕੇ ਇਹਨਾਂ ਨੇ ਬਲੈਰੋ ਗੱਡੀ ਖੜੀ ਕੀਤੀ ਤੇ ਕਾਫੀ ਦੇਰ ਉੱਥੇ ਉਹ ਲੁਕੇ ਰਹੇ ਉਸ ਤੋਂ ਬਾਅਦ ਉਹਨਾਂ ਨੇ ਇੱਕ 9 mm ਦੀ ਪਿਸਟਲ ਜਿਸ ਪਿਸਟਲ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉੱਥੇ ਇੱਕ ਪੇੜ ਦੇ ਥੱਲੇ ਜੜ੍ਹਾਂ ਤੇ ਇੱਕ ਪੋਲੀਥੀਨ ਦੇ ਥਰੂ ਮੱਟੀ ਖੋਦ ਇਹ ਸਾਰੀ ਜਿਹੜੀ ਪਿਸਟਲ ਤੇ 6 ਜਿੰਦਾ ਕਾਰਤੂਸ ਉਹਨਾਂ ਨੇ ਉੱਥੇ ਦਬਾਏ ਪੁਲਿਸ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਸ਼ੂਟਰਸ ਨੇ ਬਲੈਰੋ ਗੱਡੀ ਖਿਆਲਾ ਪਿੰਡ ਦੇ ਕੋਲ ਹੀ ਛੱਡ ਦਿੱਤੀ ਅਤੇ ਉੱਥੇ ਹਥਿਆਰ ਲੁਕਾਉਣ ਤੋਂ ਬਾਅਦ ਕਾਫੀ ਦੇਰ ਉੱਥੇ ਰੁਕੇ ਅਤੇ ਫਿਰ ਉੱਥੋਂ ਖੇਤਾਂ ਦੇ ਰਾਹ ਹੀ ਪੈਦਲ ਫਰਾਰ ਹੋਏ ਅਤੇ ਅੱਗੇ ਸਚਿਨ ਭਿਵਾਨੀ ਨੇ ਉਹਨਾਂ ਨੂੰ ਲੌਜਿਸਟਿਕ ਮਦਦ ਮੁਹੱਈਆ ਕਰਵਾਈ ਉਧਰ ਮੂਸੇਵਾਲਾ ਦੇ ਕਤਲ ਦਾ ਮੁਲਜ਼ਮ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਸਣੇ ਕਈ ਵੱਡੇ ਗੈਂਗਸਟਰ ਦੇ ਉੱਤੇ ਦਿੱਲੀ ਪੁਲਿਸ ਹੁਣ ਹੋਰ ਸ਼ਿਕੰਜਾ ਕੱਸ ਰਹੀ ਹੈ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ UAPA ਦੇ ਤਹਿਤ 2 ਵੱਖ-ਵੱਖ FIR ਦਰਜ ਕੀਤੀਆਂ ਨੇ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਅਤੇ ਬੰਬੀਹਾ ਗੈਂਗ ਦੇ ਕਈ ਗੈਂਗਸਟਰਸ ਦੇ ਨਾਮ ਨੇ ਇਹ ਗੈਂਗ ਵਿਦੇਸ਼ਾਂ ਤੋਂ ਵੱਡੇ ਹਥਿਆਰ ਮੰਗਵਾ ਰਹੇ ਨੇ ਅਤੇ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਰਹੇ ਨੇ
ਤੇ ਬਰਾੜ ਤੋਂ ਇਲਾਵਾ ਗ੍ਰਹਿ ਮੰਤਰਾਲੇ ਦੇ ਹੁਕਮਾਂ ਦੇ ਉੱਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਹੁਣ ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਨਾਮੀ ਗੈਂਗਸਟਰਸ ਦੇ ਉੱਤੇ ਵੀ ਵੱਡੇ ਪੈਮਾਨੇ ਤੇ ਆਪਣਾ ਸ਼ਿਕੰਜਾ ਕੱਸਿਆ ਹੈ। ਦਿੱਲੀ ਪੁਲਿਸ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਸਣੇ ਕਈ ਵੱਡੇ ਗੈਂਗਸਟਰਸ ਦੇ ਉੱਤੇ UAPA ਦੇ ਤਹਿਤ FIR ਦਰਜ ਕੀਤੀ। केंद्रीय गृह मंत्रालय में एक महत्वपूर्ण बैठक हुई थी और उस महत्वपूर्ण बैठक में ये चर्चा किया गया था कि किस तरह से इन तमाम राज्यों में गैंगस्टर पर रोकथाम लगाना है। लिहाजा इसी मामले की गंभीरता को देखते हुए दिल्ली पुलिस के द्वारा दर्ज कई FIR को अब NIA के द्वारा टेक ओवर कर लिया गया है। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ UAPA ਦੇ ਤਹਿਤ 2 ਵੱਖ-ਵੱਖ FIR ਦਰਜ ਕੀਤੀਆਂ ਨੇ, ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਅਤੇ ਬੰਬੀਹਾ ਗੈਂਗ ਦੇ ਕਈ ਗੈਂਗਸਟਰਸ ਦੇ ਨਾਮ ਨੇ। FIR ਦੇ ਮੁਤਾਬਕ ਸਪੈਸ਼ਲ ਸੈੱਲ ਨੂੰ ਇਨਪੁਟ ਮਿਲਿਆ ਕਿ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਵਿਕਰਮ ਬਰਾੜ, ਜੱਗੂ ਭਗਵਾਨਪੁਰੀਆ, ਸੰਦੀਪ ਉਰਫ ਕਾਲਾ ਜਠੇੜੀ, ਸਚਿਨ ਥਾਪਨ, ਅਨਮੋਲ ਬਿਸ਼ਨੋਈ, ਲਖਬੀਰ ਸਿੰਘ ਦੇਸ਼ ਦੇ ਵੱਖ-ਵੱਖ ਜੇਲ੍ਹਾਂ ਤੋਂ ਇਲਾਵਾ ਕੈਨੇਡਾ, ਪਾਕਿਸਤਾਨ, ਦੁਬਈ ਤੋਂ ਆਪਣਾ ਗੈਂਗ ਚਲਾ ਰਹੇ ਨੇ। ਇੰਨਾ ਹੀ ਨਹੀਂ, ਲਾਰੈਂਸ ਬਿਸ਼ਨੋਈ ਪਾਕਿਸਤਾਨ ਦੇ ਵਿੱਚ ਬੈਠੇ ਖਾਲਿਸਤਾਨੀ ਦਹਿਸ਼ਤਗਰਦ ਹਰਵਿੰਦਰ ਸਿੰਘ ਰਿੰਦਾ ਦਾ ਕਰੀਬੀ ਵੀ ਹੈ। ਉੱਥੇ ਬਿਸ਼ਨੋਈ ਗੈਂਗ ਦੇ ਵਿਰੋਧੀ ਬੰਬੀਹਾ ਗੈਂਗ ਦੇ ਨਾਲ ਜੁੜੇ ਗੈਂਗਸਟਰਸ ਵੀ UAPA ਦੇ ਤਹਿਤ FIR 'ਚ ਨਾਮਜ਼ਦ ਨੇ, ਜਿਸ ਦੇ ਵਿੱਚ ਅਰਮਾਨੀਆ ਤੋਂ ਆਪਰੇਟ ਕਰ ਰਹੇ ਲੱਕੀ ਪਟਿਆਲ, ਹਰਿਆਣਾ ਦੀ ਜੇਲ੍ਹ ਦੇ ਵਿੱਚ ਬੰਦ ਕੁਸ਼ਲ ਚੌਧਰੀ, ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦ ਨੀਰਜ ਭਵਾਨਾ ਸਣੇ ਕਈ ਗੈਂਗਸਟਰਸ ਦੇ ਨਾਮ ਸ਼ਾਮਲ ਨੇ। ਤੇ ਸ਼ਿਕੰਜਾ ਤਾਂ ਲਗਾਤਾਰ ਕੱਸਿਆ ਜਾ ਰਿਹਾ ਹੈ। ਕਾਬਿਲੇ ਗੌਰ ਹੈ ਕਿ ਲਾਰੈਂਸ ਬਿਸ਼ਨੋਈ ਦੇ ਉੱਤੇ ਤਾਂ ਪਹਿਲਾਂ ਵੀ ਦਰਜਨਾਂ ਕੇਸਿਸ ਦਰਜ ਨੇ, ਪਰ ਹੁਣ UAPA ਦੇ ਲੱਗਣ ਤੋਂ ਬਾਅਦ ਕਿ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਜਿਹੜੇ ਹੋਰ ਗੈਂਗਸਟਰਸ ਦਾ ਜ਼ਿਕਰ ਹੋ ਰਿਹਾ ਹੈ, ਉਹ ਆਪਣੇ ਅੰਜਾਮ ਤੱਕ ਪਹੁੰਚਣਗੇ। ਕਿਉਂਕਿ ਜਿਹੜੇ ਪੀੜਤ ਨੇ ਇਹਨਾਂ ਗੈਂਗਸਟਰਾਂ ਦੀ ਵਜ੍ਹਾ ਦੇ ਨਾਲ, ਜਿਨ੍ਹਾਂ ਦੇ ਪੁੱਤ ਮਾਰ ਦਿੱਤੇ ਗਏ ਜਾਂ ਫਿਰ ਜਿਨ੍ਹਾਂ ਦੇ ਪੁੱਤਾਂ ਨੂੰ ਇਹਨਾਂ ਗੈਂਗਸਟਰਾਂ ਨੇ ਆਪਣੇ ਨਾਲ ਮਿਲਾ ਲਿਆ, ਉਹ ਚਾਹੁੰਦੇ ਨੇ ਕਿ ਇਹਨਾਂ ਦੇ ਉੱਤੇ ਸਖਤ ਐਕਸ਼ਨ ਹੋਵੇ। ਖੈਰ, ਜਦੋਂ ਗੈਂਗਸਟਰਾਂ ਦੇ ਉੱਤੇ UAPA ਲੱਗੇ, ਉਮੀਦ ਜਗੇ ਕਿ ਇਹਨਾਂ ਦਾ ਕੁਝ ਨਾ ਕੁਝ ਅੰਜਾਮ ਤੱਕ ਪਹੁੰਚੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਦੂਰ ਦੂਰ ਤੋਂ ਉਹਨਾਂ ਦੀ ਹਵੇਲੀ ਪਹੁੰਚ ਰਹੇ ਨੇ, ਉਹਨਾਂ ਦੇ ਪਿੰਡ ਪਹੁੰਚ ਰਹੇ ਨੇ, ਪਰਿਵਾਰ ਨੂੰ ਮਿਲ ਰਹੇ ਨੇ। ਇੱਕ ਅਜਿਹਾ ਪਰਿਵਾਰ ਆਇਆ ਜਰਮਨ ਬਾਂਹ ਤੇ ਮੂਸੇਵਾਲਾ ਦਾ ਟੈਟੂ ਤੇ ਅੱਖਾਂ 'ਚ ਹੰਝੂ। ਇਹ ਫੈਨ ਨੇ ਸਿੱਧੂ ਮੂਸੇਵਾਲਾ ਦੇ, ਜੋ ਆਪਣੇ ਪਰਿਵਾਰ ਦੇ ਨਾਲ ਜਰਮਨ ਤੋਂ ਮੂਸਾ ਪਿੰਡ ਪਹੁੰਚੇ ਤੇ ਸਿੱਧੂ ਨੂੰ ਯਾਦ ਕੀਤਾ। ਸੁਣਦੇ ਸੀ ਸਿੱਧੂ ਦੇ ਗਾਣੇ, ਕਿੱਦਾਂ ਦੇ ਲੱਗਦੇ ਸੀ, ਕੀ ਕਹਿਣਾ ਚਾਹੁੰਦੇ? Very nice. ਇਸ ਪਰਿਵਾਰ ਦਾ ਕਹਿਣਾ ਹੈ ਕਿ ਪੂਰਾ ਪਰਿਵਾਰ ਹੀ ਮੂਸੇਵਾਲਾ ਦੇ ਗਾਣੇ ਸੁਣਦਾ ਸੀ ਤੇ ਅੱਗੇ ਵੀ ਉਹ ਸੁਣਦੇ ਰਹਿਣਗੇ। ਉਹਨਾਂ ਦੇ ਬੱਚੇ ਵੀ ਮੂਸੇਵਾਲਾ ਦੇ ਬਹੁਤ ਵੱਡੇ ਫੈਨ ਨੇ। ਬਸ ਇਹੀ ਜਦੋਂ ਦਾ ਸਿੰਗਰ ਆਇਆ ਸੀਗਾ ਮੂਸੇਵਾਲਾ, ਉਹਨੇ ਸੁਣਦੇ ਆਏ ਸੀਗੇ, ਹੱਲੇ ਵੀ ਨਹੀਂ ਸੁਣਦੇ ਪਏ ਆ ਤੇ ਅੱਗੇ ਸੁਣਦੇ ਰਵਾਂਗੇ। ਉਹਨੂੰ ਪੂਰੀ ਫੈਮਿਲੀ ਦੇਖ ਲਓ, 10 ਜਣੇ ਆਏ ਆ ਬੱਚੇ ਸਮੇਤ। ਬੱਚੇ ਜ਼ਿਆਦਾ ਥੋੜੇ ਫੈਨ, ਕਿਤੇ ਜਾਣਾ ਹੀ ਜਾਣਾ ਜਦੋਂ ਮਰਜ਼ੀ ਹੋਵੇ। ਸਿੱਧੂ ਮੂਸੇਵਾਲਿਆਂ ਨੂੰ ਮਰਿਆਂ ਬੇਸ਼ੱਕ 3 ਮਹੀਨੇ ਤੋਂ ਵੱਧ ਸਮਾਂ ਦਾ ਹੋ ਚੁੱਕਾ ਹੈ, ਪਰ ਉਸਦੇ ਚਾਹੁਣ ਵਾਲੇ ਅਜੇ ਵੀ ਉਹਨਾਂ ਦੇ ਘਰ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚ ਰਹੇ ਨੇ ਤੇ ਉਹਨਾਂ ਦੀਆਂ ਚੀਜ਼ਾਂ ਨੂੰ ਦੇਖ ਰਹੇ ਨੇ। ਤਾਂ ਚਾਹੁਣ ਵਾਲਿਆਂ ਦੀ ਗਿਣਤੀ ਅਣਗਿਣਤੀ ਹੈ, ਯਾਨੀ ਕਿ ਉਹਨਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ, ਪਰ ਇਸ ਸਭ ਦੇ ਵਿਚਾਲੇ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜੋ ਪਰਿਵਾਰ ਦੇ ਨਾਲ ਮਿਲਣਾ ਚਾਹੁੰਦੇ ਨੇ। ਖੈਰ, ਜਦੋਂ ਕਿਸੇ ਦੇ ਜਾਣ ਤੋਂ ਕਈ ਮਹੀਨਿਆਂ ਬਾਅਦ ਵੀ ਲੋਕਾਂ ਦੇ ਹੰਝੂ ਨਾ ਰੁਕਣ, ਉਹ ਮੁਲਾਕਾਤ ਪਰਿਵਾਰ ਦੇ ਨਾਲ ਵੀ ਕਰਨੀ ਚਾਹਣ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ, ਨਾਲ ਲੈ ਕੇ ਚੱਲਦੇ ਹਾਂ ਦਿੱਲੀ ਸਿੱਧਾ। ਇਸ ਸਮੇਂ ਵਿਦੇਸ਼ ਮੰਤਰਾਲੇ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਕਰੀਨ ਦੇ ਉੱਤੇ। ਜੀ ਹਾਂ, ਵਿਦੇਸ਼ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਹੈ। ਉਮੀਦ ਹੈ ਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਸਚਿਨ ਥਾਪਨ ਦਾ ਹੋ ਸਕਦਾ ਹੈ, ਜਿਸ ਨੂੰ ਜਾਣਕਾਰੀ ਹੈ ਕਿ ਅਜ਼ਰਬੈਜਾਨ ਦੇ ਵਿੱਚ ਡਿਟੇਨ ਕੀਤਾ ਗਿਆ ਹੈ। ਸੁਣਦੇ ਹਾਂ ਕੀ ਕੁਝ ਕਹਿ ਰਹੇ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ। कि पार्टी टिकट देने का सोचा भी या कुछ विचार किया? पुष्टि तक कहाँ पहुंच गए? एनीवे अच्छा, मैं कुछ देख दूं। यस मैम। Sir, Ayushi Agarwal from A9. Sir, there are some reports of China pushing some road and development infrastructure in the Karakoram region. Maybe we should just take this round of questions specific to this and I'll come back to you. Sure, sir. Okay. Anybody specific to this issue? Yeah, please. One by one. We'll come to. Microphone is off. So Akhilesh Suman from Samsat TV. Has there been any hint from Pakistan that they seek India's support in this time? Okay. Anybody else? Any other type of question? More on the same topic? The same topic. Okay, Reza, go ahead. Reza from Hindustan Times. My question is, given that bilateral trade was suspended by Pakistan in 2019, I mean, are we looking at Pakistan to restore trade, or I mean, where's the ball? I mean, in which court? Okay. That's it, right?
You had a query? Yeah, come on. If it's on this topic, I'll take it together. Yeah, please. Sir, go. last time कब था जब पाकिस्तान If you could को- introduce yourself for the record. I am संतोष ठाकुर फ्रॉम नवभारत. Yeah. लास्ट टाइम सर कब था जब भारत ने पाकिस्तान को इस तरह की कोई मदद उपलब्ध कराई थी? थैंक यू. Okay. Yeah, please go ahead. I think the Pakistan Foreign Ministry spokesman has said that India's assistance, flood assistance, will not improve relations. Apparently, my question looking forward is this: that with a little bit of bonhomie generated during the course of flood assistance, is there a likelihood of meeting between Prime Minister Modi and Pakistan's Prime Minister in Tashkent for SEO summit? It was supposed to be on the topic. Anyway, you didn't introduce yourself for topic, but it's okay for the record. Okay, I think that's enough. I think the similar set of questions are coming. Look, I think there were broadly two sets of questions. I am not going to get into what factual positions, you can all find out. One was about aid, and the other one is about trade. So let me address both of them. Look, regarding the floods that have hit Pakistan, Prime Minister Shri Narendra Modi has shared his sadness at the devastation caused by the floods in Pakistan. You've seen his comments. He has extended heartfelt condolences to the families of the victims, the injured, and all those affected by the natural calamity. So you've seen that. To be honest, if there's anything further on this, I would be happy to share at that time. For the moment, that's all I have to say on the issue of the assistance. As regards something on the trade element, look, we've seen various statements on this topic, on this matter. At this point, I have nothing further to add to those statements. Statements that we've seen from Pakistan. I don't have anything further on it. I was asked about bilateral trade and last time aid. Look, the last time I can guess it was, I think, one of the natural disasters many years ago. तब हुआ था, पर आपका exact details आपको मिल जाएगा. Reza, you asked about bilateral trade. That's a separate issue. I mean, the question basically was, in response, I think the queries mostly were about the comments that have come out in Pakistani media reports, I think mostly, about trade or crossing, using the land border. As I said, we've seen various statements, not particularly anything that requires a comment from us. There was also something, I think, Kandaman, you asked about कि वहाँ से लैंड रूट के जरिए अगर एजेंसी पर, अगेन एज आई सेड, बहुत तरह के कमेंट्स आए हैं और इस पर हमारी कोई ऐसी कोई प्रतिक्रिया ज़रूरत नहीं है. हमें लग नहीं रहा है कि इस समय हमारे पास जो इसके साथ कुछ और कहने के लिए कुछ है नहीं. Similarly, I think both Yashi and Siddhant, I think you asked the basic question. I think that that's all I have to say on that. I think Akhilesh, you asked about, sorry, there you are, something about support, but I think I covered it. I don't have a specific response to. As I said, if I have anything further to add, as of now, that's all I have on it. I'm not aware of at least any specific such requests, unless you have some information. I have not seen anything yet particular. The last question I think was from you regarding flood assistance leading to bonhomie, or that it will not lead. I think it's very speculative. I don't know which part I can answer. As I told you, I have shared Prime Minister's response on this issue, and I don't know how that links to meetings and visits that we have not yet announced. Okay, I'll stop here and move on to other topics. हाँ, कौन सा वाला? प्रधानमंत्री की, वो तो उन्होंने कह दिया है, आप देख ही चुके हैं. प्रधानमंत्री ने पाकिस्तान में जो बाढ़ हुई है या हो रही है, उसकी तबाही पर दुख व्यक्त किया है और इसकी प्राकृतिक आपदा के पीड़ित परिवारों को, उनके घायल लोगों को और जो प्रभावित हुए हैं किसी तरह से भी, उन सभी लोगों के प्रति हार्दिक संवेदनाएं व्यक्त की हैं. पर इसके आगे और अभी मेरे पास, जब होगा मेरे पास कुछ कहने के लिए हम जरूर कहेंगे. अभी मेरे पास और कुछ नहीं है इस समय साझा करने के लिए. ओके, टॉपिक्स ऑन द अदर साइड. ओके, व्हेन आई स्टार्ट विद यू, आई विल कम टू यू गाइस. ओके, वन सर, शैलेंद्र न्यूज़ 18 से सिद्धू मूसेवाला मर्डर केस में 2 एक्यूज्ड को ट्रेस किया गया है. एक को अजरबैजान में सचिन थापन बिश्नोई, उनको वहां पे बताया जा रहा है डिटेन किया गया है, और अनमोल बिश्नोई जिनको केन्या ट्रेस किया गया है. तो क्या उनके रिपैट्रिएशन के लिए यू आर इन टच विद दोस कंट्रीज? कुछ पहला पार्ट आपका स्टेटमेंट है ना, या पूछ रहे हैं? पहला पार्ट क्वेश्चन था कि स्टेटमेंट था? अच्छा, ठीक. ओके, या प्लीज, आई कम टू यू. Sir, Rishikesh from Sputnik News. Last week, U.S. Deputy Secretary Treasury, who was in Delhi for
official meetings, he said that India has shown great interest with respect to proposal of capping Russian oil prices. So could you please confirm that India wants to join West in capping Russian oil? India wants to join West in capping Russian oil prices. Okay. Shinja. So on the 7th and 8th of this month, there is a 2+2 in Japan. At the same time, in India, there is a mini 2+2 with America. Could you just tell us a little about both meetings, please? Okay. There was somebody else's hand I saw. Shruti, please. I'll come back to it. We'll take it on. Sir, Shruti Ranjan from Bloomberg, sir. Recently, we have seen a statement out of White House expressing concern over India's participation in Vostok 2020, which is in Russia. 2022, sorry, which is happening in Russia, and we are exercising with Chinese and the Russian troops. Any reaction that we can get from you? Let me take this round, unless something related. Related? Okay, if it's related to this, no, specifically. Otherwise, no. Yes, yeah, you just done one round. Unless it's something very specific. Okay. I'll come to you. I'd just like to know whether there are actually 50,000 soldiers, as is being reported in the Vostok 2022 operations, military drills that is happening. 50,000 from where? Everywhere. I mean, these are what reports say. I'm not sure. I just want confirmation. Okay, I have no idea. Okay. Yes, please. Related to this? Yeah, please. Otherwise, I'll come around another round of questions. Rishabh from CNN. So, will India also participate in the naval war games, given the reservations of Vostok on the Vostok, when the Navy, segment of this whole exercise starts? Fair enough. And somebody else's hand was on specifically on this? Okay, right at the back. Go ahead. Since you're taking the question on the US reaction to India participating in Vostok, I wondered if you had any comments on the German ambassador's comments in Delhi today. That's related to? Well, he's basically saying that India should take Why not take it as a separate question? I am not. Okay, I'll come back to it. Okay. शैलेंद्र, मैं उसी से शुरू करता हूँ. शैलेंद्र, आपने पूछा था मूसेवाला मर्डर केस के बारे में. आपने उसमें कोई कमेंट भी किया था. देखिए, सिंस आपने कह ही चुके हैं कौन कहाँ है, मैं सिर्फ ये कहना चाहूंगा कि हाँ, अजरबैजान और कीनिया में एक संदिग्ध आदमी कह सकते हैं, वहां पे एक है को गिरफ्तार कर रखा है. वहां पे स्थानीय अधिकारियों ने हिरासत में ले रखा है. मतलब अजरबैजान में एक और कीनिया में एक. हम दोनों देशों के संबंधित जो अधिकारी हैं उनके संपर्क में हैं, और आगे किस तरह से हो सकता है वो अभी मैं कह नहीं पाऊंगा. इसमें लीगल कार्रवाई किस तरह की होगी, पर हम कांटेक्ट में है दोनों देशों के. मतलब हमारे जो अथॉरिटीज हैं वो कांटेक्ट में है इन दोनों देशों के दोनों से साथ इन दोनों संदिग्ध अपराधियों के बारे में. ठीक है. आई नो देयर माइट बी सम इंटरेस्ट इन दिस इशू इन इंग्लिश. सो यस, वन सस्पेक्ट ईच इन अजरबैजान एंड कीनिया have been detained by local authorities there, and we are in contact with the concerned authorities in both countries on further steps. Rishikesh, you had asked about the US. Where is sorry, I missed Rishikesh. Oh, there you are. Apologies. You had asked about this topic of visit last week. In fact, if you remember I don't know if you were here. We just. ਤਾਂ ਵੱਡੀ ਖਬਰ ਇਸ ਸਮੇਂ ਦੀ ਹੈ ਕਿ ਕੀਨੀਆ ਦੇ ਵਿੱਚ ਅਨਮੋਲ ਬਿਸ਼ਨੋਈ ਵੀ ਡਿਟੇਨ ਕਰ ਲਿਆ ਗਿਆ ਹੈ. ਵੱਡੀ ਖਬਰ ਇਸ ਸਮੇਂ ਤੁਹਾਨੂੰ ਦੇ ਰਹੀ ਕੀਨੀਆ ਦੇ ਵਿੱਚ ਇੱਕ ਪਾਸੇ ਅਜ਼ਰਬੈਜਾਨ ਦੇ ਵਿੱਚ ਸਚਿਨ ਥਾਪਨ ਨੂੰ ਡਿਟੇਨ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ, ਤਾਂ ਦੂਜੇ ਪਾਸੇ ਜਿਹੜੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਉਹਨਾਂ ਦੇ ਵੱਲੋਂ ਇਹ ਸਾਫ਼ ਕੀਤਾ ਗਿਆ ਕਿ ਇੱਕ ਸ਼ੱਕੀ ਅਜ਼ਰਬੈਜਾਨ ਦੇ ਵਿੱਚ ਡਿਟੇਨ ਕੀਤਾ ਗਿਆ ਤੇ ਦੂਜਾ ਕੀਨੀਆ ਦੇ ਵਿੱਚ, ਕਿਉਂਕਿ ਹੁਣ ਤੱਕ ਜੋ ਜਾਣਕਾਰੀ ਮਿਲ ਰਹੀ ਸੀ ਕਿ ਅਨਮੋਲ ਬਿਸ਼ਨੋਈ ਦੀ ਜਿਹੜੀ ਲੋਕੇਸ਼ਨ ਹੈ ਉਹ ਟ੍ਰੇਸ ਕੀਤੀ ਗਈ ਹੈ ਕੀਨੀਆ ਦੇ ਵਿੱਚ, ਪਰ ਉੱਥੇ ਦੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ, ਡਿਟੇਨ ਕੀਤਾ ਹੋਇਆ. ਇਹ ਕਲੀਅਰ ਕਰ ਦਿੱਤਾ ਗਿਆ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ. ਹਾਲਾਂਕਿ ਉਹਨਾਂ ਨੂੰ ਭਾਰਤ ਲਿਆਉਣ ਦੇ ਲਈ ਜਿਹੜੀਆਂ ਕਾਰਵਾਈ ਹੈ ਔਰ ਪ੍ਰੋਸੈਸ ਹੈ ਉਸ ਨੂੰ ਅੱਗੇ ਵਧਾਇਆ ਜਾ ਰਿਹਾ. ਲੋਕਲ ਪੁਲਿਸ ਔਰ ਲੋਕਲ ਅਥਾਰਟੀਜ਼ ਜਿਹੜੀਆਂ ਹੈਗੀਆਂ ਨੇ ਉੱਥੇ ਦੀਆਂ, ਉਹਨਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਭਾਰਤ ਦਾ ਵਿਦੇਸ਼ ਮੰਤਰਾਲਾ. ਔਰ ਜਿਹੜੇ ਸ਼ੱਕੀ ਨੇ, ਹਾਲਾਂਕਿ ਖੁੱਲ੍ਹ ਕੇ ਉਹਨਾਂ ਦਾ ਨਹੀਂ ਲਿਆ, ਮੂਸੇਵਾਲਾ ਕਤਲ ਕੇਸ ਦੇ ਵਿੱਚ 2 ਲੋਕ ਹਿਰਾਸਤ ਦੇ ਵਿੱਚ ਲਏ ਗਏ ਨੇ. ਔਰ ਵੱਡੀ ਖਬਰ ਹੈ ਇਸ ਸਮੇਂ, ਕਿਉਂਕਿ ਨਿਊਜ਼ 18 ਦੇ ਪੱਤਰਕਾਰ ਸ਼ੈਲੇਂਦਰ ਵਾਂਗੂ ਦੇ ਵੱਲੋਂ ਇਹ ਸਵਾਲ ਪੁੱਛਿਆ ਗਿਆ ਸੀ ਵਿਦੇਸ਼ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਜੋ 2 ਗ੍ਰਿਫਤਾਰੀਆਂ ਦਾ ਜ਼ਿਕਰ ਹੋ ਰਿਹਾ ਕਿ ਅਜ਼ਰਬੈਜਾਨ ਦੇ ਵਿੱਚ
ਸਚਿਨ ਬਿਸ਼ਨੋਈ ਸਚਿਨ ਥਾਪਨ ਨੂੰ ਗ੍ਰਿਫਤਾਰ ਕੀਤਾ ਗਿਆ, ਡਿਟੇਨ ਕੀਤਾ ਗਿਆ ਉੱਥੇ, ਤੇ ਦੂਜੇ ਪਾਸੇ ਕੀਨੀਆ ਦੇ ਵਿੱਚ ਲੋਕੇਸ਼ਨ ਟ੍ਰੇਸ ਹੋਈ ਹੈ। ਤਾਂ ਮੂਸੇਵਾਲਾ ਕਤਲ ਕੇਸ ਦੇ ਨਾਲ ਜੁੜੀ ਇਸ ਸਮੇਂ ਦੀ ਵੱਡੀ ਖਬਰ ਹੈ। ਲਾਰੈਂਸ ਬਿਸ਼ਨੋਈ ਦੇ ਦੋਵੇਂ ਰਿਸ਼ਤੇਦਾਰ, ਇੱਕ ਭਰਾ ਤੇ ਦੂਜਾ ਭਤੀਜਾ, ਦੋਵੇਂ ਡਿਟੇਨ ਕਰ ਲਏ ਗਏ ਨੇ। ਇੱਕ ਨੂੰ ਕੀਨੀਆ ਦੇ ਵਿੱਚ ਤਾਂ ਦੂਜੇ ਨੂੰ ਅਜ਼ਰਬਾਈਜਾਨ ਦੇ ਵਿੱਚ, ਕਿਉਂਕਿ ਹੁਣ ਤੱਕ ਜਾਣਕਾਰੀ ਮਿਲ ਰਹੀ ਸੀ ਕਿ ਅਜ਼ਰਬਾਈਜਾਨ ਦੇ ਵਿੱਚ ਜੋ ਸਚਿਨ ਥਾਪਨ ਡਿਟੇਨ ਕੀਤਾ ਗਿਆ, ਪਰ ਦੂਜੇ ਪਾਸੇ ਅਨਮੋਲ ਬਿਸ਼ਨੋਈ ਦੀ ਕੀਨੀਆ ਦੇ ਵਿੱਚ ਜਿਹੜੀ ਲੋਕੇਸ਼ਨ ਹੈ ਉਹ ਟ੍ਰੇਸ ਹੋਈ ਹੈ। ਇਹੀ ਜਾਣਕਾਰੀ ਸੀ ਕਿ ਸਿਰਫ ਲੋਕੇਸ਼ਨ ਟ੍ਰੇਸ ਹੋਈ ਹੈ, ਪਰ ਵਿਦੇਸ਼ ਮੰਤਰਾਲੇ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਉੱਥੇ ਦੀ ਪੁਲਿਸ ਨੇ ਡਿਟੇਨ ਕਰ ਲਿਆ, ਗ੍ਰਿਫਤਾਰ ਕਰ ਲਿਆ ਹੈ, ਤੇ ਹੁਣ ਉਹਨਾਂ ਨੂੰ ਭਾਰਤ ਲਿਆਉਣ ਦੀ ਜਿਹੜੀ ਪ੍ਰਕਿਰਿਆ ਲਾਜ਼ਮੀ ਤੌਰ ਤੇ ਅੱਗੇ ਵਧੇਗੀ। ਤੇ ਔਰ ਵਿਦੇਸ਼ ਮੰਤਰਾਲਾ ਲਗਾਤਾਰ ਇਸ ਸਮੇਂ ਸੰਪਰਕ ਦੇ ਵਿੱਚ ਹੈ। ਕਾਬਿਲੇ ਗੌਰ ਹੈ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਅਨਮੋਲ ਬਿਸ਼ਨੋਈ, ਤੇ ਦੂਜੇ ਪਾਸੇ ਇਹ ਦੋਵੇਂ ਰਿਸ਼ਤੇਦਾਰ ਨੇ, ਸਚਿਨ ਥਾਪਨ ਵੀ, ਸਚਿਨ ਬਿਸ਼ਨੋਈ ਵੀ, ਤੇ ਦੂਜੇ ਪਾਸੇ ਅਨਮੋਲ ਬਿਸ਼ਨੋਈ ਵੀ। ਔਰ ਇਹਨਾਂ ਨੂੰ ਅਪ੍ਰੈਲ ਦੇ ਵਿੱਚ ਹੀ ਫਰਜ਼ੀ ਪਾਸਪੋਰਟ ਬਣਵਾ ਕੇ ਇੱਥੋਂ ਭਜਾ ਦਿੱਤਾ ਸੀ ਲਾਰੈਂਸ ਬਿਸ਼ਨੋਈ ਨੇ। ਅਪ੍ਰੈਲ ਦੇ ਵਿੱਚ ਇਹ ਦੋਵੇਂ ਭੱਜੇ ਨੇ। ਉਸ ਤੋਂ ਬਾਅਦ ਮਈ ਦੇ ਵਿੱਚ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਜਿਹੜੇ ਨਾਮਜ਼ਦ ਕੀਤੇ ਗਏ ਨੇ, ਉਹਨਾਂ ਦੇ ਵਿੱਚ ਇੱਕ ਇੱਕ ਕਰਕੇ ਨਾਮ ਸਭ ਦੇ ਸਾਹਮਣੇ ਆਏ ਨੇ। ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਇਹ ਸਾਰੇ ਮਾਸਟਰਮਾਈਂਡ ਨੇ। ਜੱਗੂ ਭਗਵਾਨਪੁਰੀਆ, ਉਸ ਤੋਂ ਬਾਅਦ ਜਿਹੜੇ ਲੌਜਿਸਟਿਕਸ ਦਾ ਪੂਰਾ ਪ੍ਰਬੰਧ ਕੀਤਾ, ਪੂਰਾ ਜਿਹੜਾ ਸ਼ੂਟਰਾਂ ਤੱਕ ਕੌਣ ਕਿੱਥੇ ਕਿਵੇਂ ਪਹੁੰਚੇਗਾ। ਇਲਜ਼ਾਮ ਨੇ ਕਿ ਸਚਿਨ ਥਾਪਨ ਅਤੇ ਅਨਮੋਲ ਬਿਸ਼ਨੋਈ ਦੇ ਵੱਲੋਂ ਹੀ ਇਹ ਪੂਰੀ ਸਾਜ਼ਿਸ਼ ਘੜੀ ਗਈ ਕਿ ਕਿਵੇਂ ਰੇਕੀ ਹੋਏਗੀ, ਕੌਣ ਉੱਥੇ ਜਾਏਗਾ, ਕੌਣ ਸ਼ੂਟ ਕਰੇਗਾ, ਭੱਜਣਾ ਕਿੱਥੋਂ ਹੈ, ਕੌਣ ਭਜਾਏਗਾ, ਹਥਿਆਰ ਕਿੱਥੋਂ ਆਉਣਗੇ। ਸਾਰੀਆਂ ਚੀਜ਼ਾਂ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਨਾਲ ਸੰਪਰਕ ਕਰਕੇ ਲਗਾਤਾਰ ਜੋ ਇਲਜ਼ਾਮ ਨੇ ਕਿ ਸਚਿਨ ਥਾਪਨ ਅਤੇ ਅਨਮੋਲ ਬਿਸ਼ਨੋਈ ਦੇ ਵੱਲੋਂ ਹੀ ਜਾਣਕਾਰੀ ਦਿੱਤੀ ਜਾ ਰਹੀ ਸੀ। ਤਾਂ ਵੱਡੀ ਖਬਰ ਇਸ ਸਮੇਂ ਤੁਹਾਨੂੰ ਦੇ ਰਹੇ ਹਾਂ। ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਅਜ਼ਰਬਾਈਜਾਨ ਤੇ ਕੀਨੀਆ ਤੋਂ ਦੋਵੇਂ ਡਿਟੇਨ ਕੀਤੇ ਗਏ ਨੇ। ਹਾਲਾਂਕਿ ਜਿਹੜੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ, ਉਹਨਾਂ ਦੇ ਵੱਲੋਂ ਦੋਵਾਂ ਦਾ ਨਾਮ ਨਹੀਂ ਲਿਆ ਗਿਆ। ਉਹਨਾਂ ਨੇ ਕਿਹਾ ਕਿ ਸ਼ੱਕੀ ਅਪਰਾਧੀ ਨੇ ਜਿਨ੍ਹਾਂ ਨੂੰ ਉੱਥੇ ਡਿਟੇਨ ਜਾਂ ਗ੍ਰਿਫਤਾਰ ਕੀਤਾ ਗਿਆ ਹੈ। ਪਰ ਪਹਿਲਾਂ ਹੀ ਜਾਣਕਾਰੀ, ਕਿਉਂਕਿ ਸ਼ੈਲੇਂਦਰ ਵਾਂਗੂ ਜਿਹੜੇ ਸਾਡੇ ਸਹਿਯੋਗੀ ਨੇ, ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਸਵਾਲ ਪੁੱਛਿਆ ਸੀ। ਉਹਨਾਂ ਨੇ ਜ਼ਿਕਰ ਕੀਤਾ ਸਵਾਲ ਦੇ ਵਿੱਚ ਕਿ ਸਚਿਨ ਥਾਪਨ ਨੂੰ ਡਿਟੇਨ ਕੀਤਾ ਗਿਆ ਹੈ ਅਜ਼ਰਬਾਈਜਾਨ ਦੇ ਵਿੱਚ, ਤੇ ਅਨਮੋਲ ਬਿਸ਼ਨੋਈ ਨੂੰ ਟ੍ਰੇਸ ਕੀਤਾ ਗਿਆ, ਉਹਨਾਂ ਦੀ ਲੋਕੇਸ਼ਨ ਟ੍ਰੇਸ ਕੀਤੀ ਗਈ ਹੈ ਅਨਮੋਲ ਬਿਸ਼ਨੋਈ ਦੀ ਕੀਨੀਆ ਦੇ ਵਿੱਚ। ਤਾਂ ਜਿਹੜੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ, ਉਹਨਾਂ ਨੇ ਨਾਮ ਤਾਂ ਨਹੀਂ ਲਿਆ, ਪਰ ਇਹਨਾਂ ਜ਼ਰੂਰ ਕਿਹਾ ਕਿ ਨਾਮ ਤਾਂ ਤੁਸੀਂ ਦੱਸ ਹੀ ਦਿੱਤੇ ਨੇ ਕੌਣ ਕੌਣ ਹੈ। ਯਾਨੀ ਕਿ ਡਾਇਰੈਕਟਲੀ ਇਹ ਦੋਵਾਂ ਦਾ ਜ਼ਿਕਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਵੱਲੋਂ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਦੋ ਬਹੁਤ ਵੱਡੇ ਅਹਿਮ ਕਿਰਦਾਰ ਨੇ, ਜਿਨ੍ਹਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਵੱਡੀ ਸਾਜ਼ਿਸ਼ ਰਚੀ ਹੈ। ਉਹਨਾਂ ਦੇ ਵਿੱਚ ਇੱਕ ਨਾਮ ਅਨਮੋਲ ਬਿਸ਼ਨੋਈ ਦਾ ਹੈ, ਦੂਜਾ ਨਾਮ ਸਚਿਨ ਥਾਪਨ ਦਾ ਹੈ। ਇਹ ਦੋਵੇਂ ਅਪ੍ਰੈਲ ਦੇ ਵਿੱਚ ਭੱਜਦੇ ਨੇ ਇੱਥੇ ਫਰਜ਼ੀ ਪਾਸਪੋਰਟ ਬਣਾ ਕੇ, ਤੇ ਫਰਜ਼ੀ ਪਾਸਪੋਰਟ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਉੱਥੇ ਡਿਟੇਨ ਕੀਤਾ ਗਿਆ ਸੀ। ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਦੋਵੇਂ ਉੱਥੋਂ ਭੱਜੇ ਨੇ, ਉਸ ਤੋਂ ਬਾਅਦ ਲਗਾਤਾਰ ਵੱਖ-ਵੱਖ ਦੇਸ਼ਾਂ ਦੇ ਸੰਪਰਕ ਦੇ ਵਿੱਚ ਪਹਿਲਾਂ ਤੋਂ ਹੀ ਭਾਰਤ ਦਾ ਵਿਦੇਸ਼ ਮੰਤਰਾਲਾ, ਭਾਰਤ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ, ਉਹ ਲਗਾਤਾਰ ਉਹਨਾਂ ਦੇ ਸੰਪਰਕ ਦੇ ਵਿੱਚ ਨੇ। ਤਾਂ ਉਸ ਤੋਂ ਬਾਅਦ ਇਹ ਜਦੋਂ ਭੱਜੇ ਨੇ, ਕਿਉਂਕਿ ਡਿਟੇਲ ਤਾਂ ਪੂਰੀ ਆ ਗਈ ਕਿ ਇਸ ਨਾਮ ਤੋਂ ਪਾਸਪੋਰਟ ਬਣਾਇਆ ਸੀ ਤੇ ਇਹ ਫਰਾਰ ਹੋਏ ਨੇ, ਤਾਂ ਉਸ ਦੇ ਆਧਾਰ ਦੇ ਉੱਤੇ ਕਿੱਥੇ ਕਿੱਥੇ ਗਏ, ਕਿਹੜੇ ਕਿਹੜੇ ਜਹਾਜ਼ ਦੇ ਵਿੱਚ ਚੜੇ, ਕਿਹੜੀ ਕੰਟਰੀ ਦੇ ਵਿੱਚ ਉਤਰੇ, ਉੱਥੋਂ ਅੱਗੇ ਕਿਵੇਂ ਗਏ, ਸਭ ਉਹਨਾਂ ਦਾ ਪਿੱਛਾ ਕਰਦੀਆਂ ਰੱਖੀਆਂ ਨੇ ਜਿਹੜੀਆਂ ਏਜੰਸੀਆਂ ਨੇ। ਤੇ ਅਜ਼ਰਬਾਈਜਾਨ ਤੇ ਦੂਜੇ ਪਾਸੇ ਕੀਨੀਆ ਦੇ ਵਿੱਚ ਦੋਵਾਂ ਦੀ ਜਿਹੜੀ ਲੋਕੇਸ਼ਨ ਉਹ ਟ੍ਰੇਸ ਕੀਤੀ ਗਈ, ਤੇ ਲੋਕਲ ਪੁਲਿਸ ਤੇ ਉੱਥੇ ਇਹਨਾਂ ਨੂੰ ਕਾਬੂ ਕਰ ਲਿਆ। ਲੋਕਲ ਪੁਲਿਸ ਦੇ ਵੱਲੋਂ ਇਹਨਾਂ ਨੂੰ ਦੋਵਾਂ ਨੂੰ ਡਿਟੇਨ ਕਰ ਲਿਆ ਗਿਆ। ਤਾਂ ਬਹੁਤ ਵੱਡੀ ਖਬਰ ਹੈ ਇਸ ਸਮੇਂ ਦੀ। ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ, ਕਤਲ ਦੇ ਕੇਸ ਦੇ ਵਿੱਚ ਦੋ ਅਹਿਮ ਜਿਹੜੀਆਂ ਤੁਸੀਂ ਕਹਿ ਸਕਦੇ ਹੋ ਕਿ ਏਜੰਸੀ ਦੇ ਹੱਥ ਕਾਮਯਾਬੀ ਲੱਗੀ ਹੈ। ਹਾਲਾਂਕਿ ਜਦੋਂ ਤੱਕ ਉਹ ਭਾਰਤ ਨਹੀਂ ਆਉਂਦੇ, ਜਦੋਂ ਤੱਕ ਉਹਨਾਂ ਦੀ ਹਵਾਲਗੀ ਨਹੀਂ ਹੁੰਦੀ ਭਾਰਤ, ਉਸ ਵੇਲੇ ਤੱਕ ਤਾਂ ਲਾਜ਼ਮੀ ਤੌਰ ਤੇ ਸਵਾਲ ਰਹਿਣਗੇ। ਪਰ ਉਮੀਦ ਕੀਤੀ ਜਾ ਸਕਦੀ ਹੈ ਕਿ ਜਲਦ ਇਹ ਹਿੰਦੁਸਤਾਨ ਵੀ ਲਿਆਂਦੇ ਜਾਣਗੇ। ਇੱਕ ਨਾਮ ਹੈ ਸਚਿਨ ਬਿਸ਼ਨੋਈ ਦਾ, ਜਿਸ ਨੂੰ ਸਚਿਨ ਥਾਪਨ ਵੀ ਕਹਿੰਦੇ ਨੇ, ਦੂਜਾ ਨਾਮ ਹੈ ਅਨਮੋਲ ਬਿਸ਼ਨੋਈ ਦਾ। ਔਰ ਇਹ ਦੋਵੇਂ ਮੂਸੇਵਾਲਾ ਕਤਲकांड ਦੇ ਵਿੱਚ ਬਹੁਤ ਵੱਡੇ ਕਿਰਦਾਰ ਦੱਸੇ ਜਾ ਰਹੇ ਨੇ। ਲਾਰੈਂਸ ਬਿਸ਼ਨੋਈ ਦੇ ਨਾਲ ਕੰਮ ਕਰਦੇ ਨੇ, ਔਰ ਕਾਬਿਲੇ ਗੌਰ ਹੈ ਕਿ ਲਾਰੈਂਸ ਗੈਂਗ ਨੂੰ ਕੌਣ ਆਪਰੇਟ ਕਰਦਾ ਹੈ। ਲਾਰੈਂਸ ਗੈਂਗ ਨੂੰ ਲਾਰੈਂਸ ਅੰਦਰੋਂ ਆਪਰੇਟ ਕਰਦਾ ਹੈ, ਗੋਲਡੀ ਬਰਾੜ ਕੈਨੇਡਾ ਤੋਂ ਆਪਰੇਟ ਕਰਦਾ ਹੈ, ਔਰ ਸਚਿਨ ਤੇ ਅਨਮੋਲ ਬਿਸ਼ਨੋਈ ਵੀ ਲਾਰੈਂਸ ਦੀਆਂ ਹਿਦਾਇਤਾਂ ਦੇ ਉੱਤੇ ਇਸ ਪੂਰੀ ਗੈਂਗ ਨੂੰ ਆਪਰੇਟ ਕਰਦੇ ਨੇ। ਜੱਗੂ ਭਗਵਾਨਪੁਰੀਆ ਦੇ ਉੱਤੇ ਵੱਖ ਇਲਜ਼ਾਮ ਲੱਗਦੇ ਨੇ। ਤਾਂ ਇਹ ਇਲਜ਼ਾਮਾਂ ਦੇ ਵਿਚਾਲੇ, ਕਿਉਂਕਿ ਬਹੁਤ ਤਫਸੀਲ ਦੇ ਨਾਲ ਪੁਲਿਸ ਦੀ ਜਿਹੜੀ ਚਾਰਜ ਸ਼ੀਟ ਹੈ ਜਾਂ ਪੁਲਿਸ ਦੇ ਜਿਹੜੇ ਹੁਣ ਤੱਕ ਬਿਆਨ ਸਾਹਮਣੇ ਆਏ ਨੇ, ਇਹ ਦੋਵਾਂ ਦਾ ਜ਼ਿਕਰ ਹੋ ਰਿਹਾ ਹੈ। ਕਾਬਿਲੇ ਗੌਰ ਇਹ ਵੀ ਹੈ ਕਿ ਸਚਿਨ ਥਾਪਨ, ਇਹ ਜਿਹੜਾ ਸਚਿਨ ਬਿਸ਼ਨੋਈ ਹੈ, ਇਹਨੇ ਨਿਊਜ਼ 18 ਦੇ ਪੱਤਰਕਾਰ ਆਨੰਦ ਤਿਵਾਰੀ ਨੂੰ ਫੋਨ ਕੀਤਾ ਸੀ। ਫੋਨ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਦਿਨ ਬਾਅਦ ਹੀ ਆਨੰਦ ਤਿਵਾਰੀ ਨੂੰ ਫੋਨ ਕਰਕੇ ਕਿਹਾ ਸੀ ਕਿ ਹਾਂ, ਮੈਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਸ਼ਾਮਲ ਸੀ। ਹਾਲਾਂਕਿ ਇਹ ਜ਼ਰੂਰ ਉਸ ਸਮੇਂ ਕਹਿ ਰਿਹਾ ਸੀ ਕਿ ਮੈਂ ਤਾਂ ਗੋਲੀਆਂ ਚਲਾਈਆਂ ਆਪਣੇ ਹੱਥਾਂ ਦੇ ਨਾਲ। ਤੇ ਪੁਲਿਸ ਬਾਅਦ ਦੇ ਵਿੱਚ ਕਹਿੰਦੀ ਨਜ਼ਰ ਆਈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਨੂੰ ਡੀਰੇਲ ਕਰਨ ਦੇ ਲਈ ਇਸ ਤਰੀਕੇ ਦਾ ਉਹ ਬਿਆਨ ਦਿੱਤਾ ਗਿਆ ਸੀ ਜੋ ਫੋਨ ਦੇ ਉੱਤੇ ਦਿੱਤਾ ਗਿਆ ਸੀ। ਪਰ ਇੱਕ ਚੀਜ਼ ਜ਼ਰੂਰ ਕਲੀਅਰ ਹੈ ਕਿ ਇਹ ਉਸ ਕਤਲ ਦੀ ਵਾਰਦਾਤ ਦੇ ਵਿੱਚ ਜਿਹੜੀ ਸਾਜ਼ਿਸ਼ ਹੈ, ਉਸ ਦੇ ਵਿੱਚ ਤਾਂ ਸਚਿਨ ਤੇ ਅਨਮੋਲ ਸ਼ਾਮਲ ਸਨ, ਜੋ ਹੁਣ ਤੱਕ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ।
ਦੋ ਵੱਡੇ ਗੈਂਗਸਟਰ ਨੇ ਜੋ ਵਿਦੇਸ਼ ਦੇ ਵਿੱਚ ਭੱਜ ਗਏ ਸੀ ਤਾਂ ਉੱਥੋਂ ਵੀ ਹੁਣ ਫੜ ਕੇ ਲਿਆਂਦਾ ਜਾਵੇਗਾ ਇਹਨਾਂ ਨੂੰ ਔਰ ਤਿਆਰੀ ਇਸ ਸਮੇਂ ਚੱਲ ਰਹੀ ਹੈ। ਜਲਦ ਉਮੀਦ ਕੀਤੀ ਜਾ ਸਕਦੀ ਹੈ ਕਿ ਸਚਿਨ ਬਿਸ਼ਨੋਈ, ਸਚਿਨ ਥਾਪਨ, ਇਹ ਦੋਵੇਂ ਇੱਕੋ ਨਾਮ ਹੈ। ਸਚਿਨ ਥਾਪਨ ਵੀ ਇਸ ਨੂੰ ਕਹਿੰਦੇ ਨੇ, ਸਚਿਨ ਬਿਸ਼ਨੋਈ ਵੀ ਇਸ ਨੂੰ ਕਹਿੰਦੇ ਨੇ ਔਰ ਇਹ ਦੋਵੇਂ ਜਲਦ ਹਿੰਦੁਸਤਾਨ ਹੋਣਗੇ, ਭਾਰਤੀ ਏਜੰਸੀਆਂ ਦੇ ਸ਼ਿਕੰਜੇ ਦੇ ਵਿੱਚ ਹੋਣਗੇ, ਜਲਦ ਪੰਜਾਬ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਹੋਣਗੇ। ਤੇ ਦੂਜਾ ਨਾਮ ਹੈ ਅਨਮੋਲ ਬਿਸ਼ਨੋਈ ਦਾ। ਉਮੀਦ ਕੀਤੀ ਜਾ ਸਕਦੀ ਹੈ ਕਿ ਅਨਮੋਲ ਬਿਸ਼ਨੋਈ ਵੀ ਜਲਦ ਪੰਜਾਬ ਪੁਲਿਸ ਦੇ ਭਾਰਤੀ ਏਜੰਸੀਆਂ ਦੇ ਸ਼ਿਕੰਜੇ ਦੇ ਵਿੱਚ ਹੋਵੇਗਾ। ਅਨਮੋਲ ਬਿਸ਼ਨੋਈ ਨੂੰ ਲੈ ਕੇ ਆਏਗੀ ਪੁਲਿਸ ਕੀਨੀਆ ਤੋਂ ਤੇ ਅਜ਼ਰਬੈਜਾਨ ਤੋਂ ਲੈ ਕੇ ਆਏਗੀ ਪੁਲਿਸ ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ ਨੂੰ। ਔਰ ਕਦੋਂ ਲੈ ਕੇ ਆਂਦੀ ਹੈ, ਕਿਉਂਕਿ ਲਗਾਤਾਰ ਵਿਦੇਸ਼ ਮੰਤਰਾਲੇ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਉਹ ਲਗਾਤਾਰ ਸੰਪਰਕ ਦੇ ਵਿੱਚ ਨੇ ਔਰ ਲਗਾਤਾਰ ਸੰਪਰਕ ਦੇ ਵਿੱਚ ਨੇ ਕੀਨੀਆ ਦੇ ਨਾਲ ਵੀ ਤੇ ਦੂਜੇ ਪਾਸੇ ਅਜ਼ਰਬੈਜਾਨ ਦੇ ਜਿਹੜੇ ਉੱਥੇ ਦੇ ਅਧਿਕਾਰੀ ਨੇ, ਉੱਥੇ ਦਾ ਜਿਹੜਾ ਵਿਦੇਸ਼ ਮੰਤਰਾਲਾ ਹੈ ਉਹਨਾਂ ਦੇ। ਤਾਂ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਿੱਚ ਇਸ ਸਮੇਂ ਦੀ ਵੱਡੀ ਖਬਰ ਹੈ ਕਿ ਲਾਰੈਂਸ ਬਿਸ਼ਨੋਈ ਦੇ ਦੋਵੇਂ ਰਿਸ਼ਤੇਦਾਰ ਜੋ ਭੱਜ ਚੁੱਕੇ ਸੀ ਕਤਲ ਦੀ ਵਾਰਦਾਤ ਨੂੰ ਸਾਜ਼ਿਸ਼ ਕਰਨ ਤੋਂ ਬਾਅਦ, ਯਾਨੀ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਹ ਦੋਵੇਂ ਡਿਟੇਨ ਕਰ ਲਏ ਗਏ ਨੇ। ਇੱਕ ਅਜ਼ਰਬੈਜਾਨ ਦੇ ਵਿੱਚ ਤੇ ਦੂਜਾ ਕੀਨੀਆ ਦੇ ਵਿੱਚ ਲੁੱਕ ਕੇ ਬੈਠਾ ਸੀ। ਹੁਣ ਉਹਨਾਂ ਦੀ ਜਲਦ ਹਵਾਲਗੀ ਹਿੰਦੁਸਤਾਨ ਹੋ ਸਕਦੀ